जी प्यारे प्यारे बच्चों, बहुत सारा प्यार। सैट चौथा बेटे मानसिक योग्यता ਦਾ ਆਪਾਂ ਸ਼ੁਰੂ ਕੀਤਾ ਹੋਇਆ ਸੀ। ਆਪਾਂ ਉਸ ਦੇ 12 ਸਮ ਕਰ ਲਏ ਸੀ। ਅੱਜ ਆਪਾਂ 13ਵਾਂ ਸਮ ਕਰਨ ਲੱਗੇ ਹਾਂ। ਦੇਖੋ ਜੀ 13ਵੇਂ ਸਮ ਦੇ ਵਿੱਚ ਕੀ ਹੈ। ਸਭ ਤੋਂ ਪਹਿਲਾਂ ਬੇਟੇ ਆਪਾਂ ਨੂੰ ਪ੍ਰੋਬਲਮ ਫਿਗਰ ਦਿੱਤੀ ਆ, ਇਹਨੂੰ ਆਪਾਂ ਇੱਕ ਤੱਕੜੀ ਹੋਈ ਸਮਝ ਸਕਦੇ ਹਾਂ। ਇਹਦੇ ਆ ਦੋ ਪੱਲੜੇ ਲਾ ਲਓ, ਉੱਪਰ ਇਹਦਾ ਹੈਂਡਲ ਲਾ ਲਓ। ਦੇਖੋ ਇਹਨਾਂ ਪੱਲੜਿਆਂ ਦਾ ਮੂੰਹ ਇੱਕ ਪਾਸੇ ਆ। ਹੁਣ ਇਹਦੇ 'ਚ ਕੀ ਹੋਊਗਾ ਬੇਟੇ, ਇੱਥੇ ਵੀ ਸ਼ੇਪ ਐਵੇਂ ਹੀ ਹੋਣੀ ਚਾਹੀਦੀ ਹੈ ਜਿਨ੍ਹਾਂ ਦਾ ਮੂੰਹ ਇੱਕ ਪਾਸੇ ਹੋਵੇ, ਜਿਵੇਂ ਇਸ ਤਰ੍ਹਾਂ ਕਰਕੇ। ਠੀਕ ਹੈ, ਆਪਾਂ ਨੂੰ ਐਵੇਂ ਬਣੀ ਹੋਵੇ ਤੇ ਫਿਰ ਇਸੇ ਤਰ੍ਹਾਂ ਹੀ ਐਵੇਂ ਕਰਕੇ ਇੱਧਰੋਂ ਐਵੇਂ ਬਣੀ ਹੋਵੇ। ਉਸ ਤੋਂ ਅੱਗੇ ਬੇਟੇ ਕੀ ਹੋਣਾ ਜ਼ਰੂਰੀ ਆ, ਦੇਖੋ ਜੀ ਉੱਪਰ ਐਵੇਂ ਦੋ ਇਹਦੇ ਡੰਡੇ। ਠੀਕ ਹੈ, ਫਿਰ ਉੱਪਰ ਐਵੇਂ ਤੇ ਫਿਰ ਇਹਦੇ ਨਾਲ ਹੀ ਉੱਪਰ ਐਵੇਂ। ਇਸ ਤਰ੍ਹਾਂ ਦੀ ਸ਼ੇਪ ਆਪਾਂ ਨੂੰ ਕਿਹੜੀ ਫਿਗਰ 'ਚ ਮਿਲ ਰਹੀ ਹੈ ਬੇਟੇ, ਆਪਾਂ ਨੂੰ ਦੂਸਰੀ ਫਿਗਰ ਦੇ ਵਿੱਚ ਮਿਲ ਰਹੀ ਹੈ। ਤੁਸੀਂ ਉਹਨੂੰ ਟਿਕ ਲਗਾ ਦਿਓ। ਹਾਂਜੀ, ਪ੍ਰੋਬਲਮ ਫਿਗਰ 14 ਕੀ ਹੈ ਬੇਟੇ, ਆਪਾਂ ਨੂੰ ਇਹ ਹਰੇਕ ਥਾਂ ਤੇ ਦਿੱਤੀ ਵੀ ਆ। ਦੇਖੋ ਇੱਥੇ ਵੀ ਸਭ ਤੋਂ ਪਹਿਲਾਂ ਆਪਾਂ ਏ ਬਣਾ ਲਓ। ਦੇਖੋ ਜੀ ਇੱਥੇ ਕੀ ਆ, ਇੱਕ ਸਟੈਂਡਿੰਗ ਲਾਈਨ ਆ, ਨਾਲ ਤੀਰ ਲੱਗਿਆ ਵਾ। ਫਿਰ ਇਹ ਲੇਟਮੀ ਲਾਈਨ ਬਣ ਗਈ, ਤੀਰ ਦੋ ਬਣ ਗਏ। ਫਿਰ ਨੀਚੇ ਨੂੰ ਹੋ ਗਿਆ, ਤੀਰ ਇੱਕ ਰਹਿ ਗਿਆ। ਠੀਕ ਹੈ, ਸਟੈਂਡਿੰਗ ਲਾਈਨ ਹੀ ਬਣ ਗਈ। ਹੁਣ ਇਹ ਇੱਧਰ ਨੂੰ ਹੋਣੇ ਚਾਹੀਦੇ ਆ ਤੀਰ। ਕੀ ਹੋਣੇ ਚਾਹੀਦੇ ਆ, ਦੋ ਹੀ ਹੋਣੇ ਚਾਹੀਦੇ ਆ ਬੇਟੇ। ਇੱਥੇ ਤੇ ਇੱਥੇ ਤੀਰ ਦੋ ਹੋਣੇ ਚਾਹੀਦੇ ਆ। ਉਹ ਆਪਾਂ ਨੂੰ ਕਿਹੜੀ ਫਿਗਰ ਦੇ ਵਿੱਚ ਮਿਲ ਰਿਹਾ, ਆਪਾਂ ਨੂੰ ਚੌਥੀ ਫਿਗਰ ਦੇ ਵਿੱਚ ਮਿਲ ਰਿਹਾ ਗਾ। ਹਾਂਜੀ, 15ਵੀਂ ਫਿਗਰ ਦੇਖੋ ਬੇਟੇ ਕੀ ਆ। 15ਵੀਂ ਫਿਗਰ ਦੇ ਵਿੱਚ ਆਪਾਂ ਨੂੰ ਇੱਕ ਯੂ ਦੇਤੀ। ਸਭ ਤੋਂ ਪਹਿਲਾਂ ਕੀ ਹੋਇਆ, ਯੂ ਦੀ ਆਹ ਲਾਈਨ ਦੇਖੋ ਜੀ, ਆਹ ਲਾਈਨ ਕੱਟਤੀ। ਠੀਕ ਹੈ, ਇਹ ਲਾਈਨ ਕੱਟ ਕੇ ਇੱਧਰੋਂ ਐਵੇਂ ਕਰਕੇ ਆਹ ਲਾਈਨ ਵਧਾਤੀ। ਫਿਰ ਅਗਲੀ ਫਿਗਰ ਦੇ ਵਿੱਚ ਆਹ ਲਾਈਨ ਕੱਟ ਕੇ ਜਦੋਂ ਫਿਰ ਯੂ ਐਵੇਂ ਬਣ ਜੂਗੀ। ਠੀਕ ਹੈ, ਐਵੇਂ ਬਣ ਗਈ। ਆਹ ਲਾਈਨ ਪਹਿਲਾਂ ਆਹ ਲਾਈਨ ਕੱਟੀ ਸੀ, ਫਿਰ ਆਹ ਲਾਈਨ ਕੱਟਤੀ। ਠੀਕ ਹੈ, ਹੁਣ ਉਸ ਤੋਂ ਅਗਲੀ ਫਿਗਰ ਦੇ ਵਿੱਚ ਜਦੋਂ ਆਹ ਲਾਈਨ ਆਪਾਂ ਕੱਟ ਦਾਂਗੇ ਤਾਂ ਯੂ ਦੀ ਸ਼ੇਪ ਕਿਵੇਂ ਬਣ ਜੂਗੀ, ਐਵੇਂ ਬਣ ਜੂਗੀ। ਹਾਂਜੀ, ਇਹ ਉੱਪਰ ਨੂੰ ਹੋ ਜੂਗੀ, ਮੂੰਹ ਉੱਪਰ ਨੂੰ ਖੁੱਲ੍ਹਾ ਹੋ ਜੂਗਾ। ਉਹ ਆਪਾਂ ਨੂੰ ਚੌਥੀ ਫਿਗਰ ਦੇ ਵਿੱਚ ਦਿਸ ਰਿਹਾ ਬੇਟੇ। 16ਵੇਂ ਸਵਾਲ ਦੀ ਫਿਗਰ ਦੇਖੋ ਜੀ ਤੁਸੀਂ। ਸਭ ਤੋਂ ਪਹਿਲਾਂ ਕੀ ਹੈ, ਇੱਕ ਇਹ ਸਟਾਰ ਹੈ। ਠੀਕ ਹੈ, ਨਾਲ ਲਾਈਨ ਲੱਗੀ ਹੈ, ਸਟੈਂਡਿੰਗ ਲਾਈਨ ਹੈ। ਇਹ ਸਟਾਰ ਜਦੋਂ ਘੁੰਮ ਕੇ ਇੱਥੇ ਆ ਗਿਆ ਤਾਂ ਇਹਦੀ ਸ਼ੇਪ ਇੱਧਰ ਨੂੰ ਹੋ ਗਈ। ਠੀਕ ਹੈ, ਫਿਰ ਇਹ ਨੀਚੇ ਆ ਜੂਗਾ, ਐਂਟੀ ਕਲੋਕਵਾਈਜ਼ ਚੱਲ ਰਿਹਾ ਹੈ। ਉਸ ਤੋਂ ਬਾਅਦ ਇਹ ਸਟਾਰ ਬੇਟੇ ਇੱਥੇ ਆ ਜੂਗਾ। ਜਦੋਂ ਇਹ ਸਟਾਰ ਇੱਥੇ ਆ ਗਿਆ, ਹਾਂਜੀ, ਤੇ ਫਿਰ ਆਪਾਂ ਹੁਣ ਇਹ ਸਟਾਰ ਸਾਰੇ ਥਾਵਾਂ 'ਤੇ ਇੱਥੇ ਹੀ ਆ। ਹੁਣ ਆਪਾਂ ਇਹ ਫਿਗਰ ਨੂੰ ਘੁਮਾਉਂਦੇ ਹਾਂ। ਪਹਿਲਾਂ ਇਹ ਫਿਗਰ ਇੱਥੋਂ ਚੱਲੀ ਤਾਂ ਇੱਕ ਘਰ ਚੱਲ ਕੇ ਇੱਥੇ ਆ ਗਈ। ਠੀਕ ਹੈ, ਉਸ ਤੋਂ ਬਾਅਦ ਇੱਕ ਘਰ ਤੋਂ ਫਿਰ ਆਹ ਘਰ ਵਿਚਾਲੜਾ ਛੱਡ ਕੇ ਫਿਰ ਇੱਥੇ ਆ ਗਈ। ਹਾਂਜੀ, ਉਸ ਤੋਂ ਅੱਗੇ ਕਿੱਥੇ ਜਾਊਗੀ ਇਹ, ਹਾਂਜੀ, ਉਸ ਤੋਂ ਬਾਅਦ ਇਹ ਫਿਰ ਚੱਲੂਗੀ ਤੇ ਥੋੜੀ ਟੇਢੀ ਹੋ ਜੂਗੀ। ਉਹ ਕਿਹੜੀ ਫਿਗਰ ਦੇ ਵਿੱਚ ਮਿਲ ਰਿਹਾ ਆਪਾਂ ਨੂੰ, ਫਿਗਰ ਨੰਬਰ 3 ਦੇ ਵਿੱਚ ਆਪਾਂ ਨੂੰ ਦਿਸ ਰਿਹਾ ਹੈ। 17ਵਾਂ ਸਵਾਲ ਦੇਖੋ ਬੇਟੇ। 17ਵੇਂ ਸਵਾਲ ਦੇ ਵਿੱਚ ਕੀ ਆ ਜੀ, ਦੇਖੋ ਪਹਿਲੀ ਫਿਗਰ ਤੇ ਤੀਜੀ ਫਿਗਰ ਦਾ ਸੰਬੰਧ ਆ, ਕਿਉਂਕਿ ਇਹ ਫਿਗਰ ਇੱਧਰ ਨੂੰ ਆ ਤੇ ਇਹ ਫਿਗਰ ਕੀ ਹੋ ਗਈ, ਇੱਧਰ ਨੂੰ ਹੋ ਗਈ। ਹੁਣ ਆਪਾਂ ਨੂੰ ਕਾਲੀ ਫਿਗਰ ਚਾਹੀਦੀ ਆ। ਦੇਖੋ ਇਹ ਫਿਗਰ ਪਹਿਲਾਂ ਐਵੇਂ ਸੀਗੀ, ਫਿਰ ਇਹ ਫਿਗਰ ਇੱਧਰ ਨੂੰ, ਪਹਿਲਾਂ ਇਹ ਇੱਧਰ ਨੂੰ ਚੱਲੀ ਸੀ, ਫਿਰ ਇੱਧਰ ਨੂੰ ਚੱਲੂਗੀ। ਹੁਣ ਇਹ ਕਿਹੜੀ ਦੇ ਵਿੱਚ ਮਿਲ ਰਿਹਾ ਆਪਾਂ ਨੂੰ, ਤੀਸਰੇ ਨੰਬਰ ਦੀ ਫਿਗਰ ਦੇ ਵਿੱਚ ਮਿਲ ਰਿਹਾ ਗਾ। ਕਿਉਂਕਿ ਵਾਈਟ ਤੇ ਬਲੈਕ ਆ ਤਾਂ ਹੋ ਹੀ ਨਹੀਂ ਸਕਦੀ। ਠੀਕ ਹੈ, ਕਿਉਂਕਿ ਇਹ ਇੱਧਰ ਨੂੰ ਆ ਤੇ ਇਹਦੀ ਸ਼ੇਪ ਵੀ ਇੱਧਰ ਨੂੰ ਹੀ ਆ। ਆਪਾਂ ਨੂੰ ਥੋੜੀ ਟੇਢੀ ਸ਼ੇਪ ਹੋਣੀ ਜ਼ਰੂਰੀ ਆ, ਜਿਹੜੀ ਥੋੜੀ ਜਿਹੀ ਇੱਧਰ ਨੂੰ ਘੁੰਮ ਕੇ ਹੋ ਜਾਵੇ। ਠੀਕ ਹੈ, ਉਹ ਆਪਾਂ ਨੂੰ 17 ਨੰਬਰ ਫਿਗਰ ਦੇ ਵਿੱਚ ਮਿਲ ਰਿਹਾ ਹੈ। ਹਾਂਜੀ, 17 ਨੰਬਰ ਫਿਗਰ ਦੀ ਤੀਸਰੀ ਆਪਸ਼ਨ। ਦੇਖੋ ਜੀ 18ਵੇਂ ਸਵਾਲ ਦੇ ਵਿੱਚ ਦੇਖੋ ਤੁਸੀਂ, ਪ੍ਰੋਬਲਮ ਫਿਗਰ ਆਪਾਂ ਨੂੰ ਕੀ ਦਿੱਤੀ ਵੀ ਆ। ਸਭ ਤੋਂ ਪਹਿਲਾਂ ਕੀ ਆ ਬੇਟੇ, ਦੇਖੋ ਇੱਥੇ 0 ਆ, 0 ਪਹਿਲੇ ਨੰਬਰ 'ਤੇ ਆ। ਸਰਕਲ ਹੈ, ਫਿਰ ਦੂਜੇ ਨੰਬਰ 'ਤੇ ਆ ਗਿਆ। ਹੁਣ ਸਰਕਲ ਕੀ ਹੈ, ਹੁਣ ਤੀਸਰੇ ਨੰਬਰ 'ਤੇ ਹੋਣਾ ਜ਼ਰੂਰੀ ਆ। ਤੀਸਰੇ ਨੰਬਰ 'ਤੇ ਇਹਦੇ 'ਚ ਪਿਆ ਹੈ। ਠੀਕ ਹੈ, ਆਪਾਂ ਸਰਕਲ ਦੇਖ ਲਿਆ। ਹੁਣ ਆਪਾਂ ਕੀ ਦੇਖਣਾ ਗਾ, ਇਜ਼ ਇਕੁਅਲ ਟੂ ਦੇਖਣਾ। ਇੱਥੇ ਪਹਿਲੇ ਨੰਬਰ 'ਤੇ ਸੀ, ਇੱਥੇ ਦੂਜੇ 'ਤੇ ਆ ਗਿਆ, ਇੱਥੇ ਤੀਜੇ 'ਤੇ ਆ ਗਿਆ, ਇੱਥੇ ਚੌਥੇ 'ਤੇ, ਇਹਦੇ ਚੌਥੇ 'ਤੇ ਪਿਆ। ਹੁਣ ਆਪਾਂ ਗੁਣਾ ਦੀ ਨਿਸ਼ਾਨੀ ਦੇਖੋ। ਦੇਖੋ ਇਹਦੇ 'ਚ ਗੁਣਾ ਦੂਜੇ 'ਤੇ ਆ, ਇਹਦੇ 'ਚ ਪਹਿਲੇ ਨੰਬਰ 'ਤੇ ਆ, ਇਹਦੇ 'ਚ ਤੀਜੇ 'ਤੇ ਆ, ਤੇ ਗੁਣਾ ਚੌਥੇ 'ਤੇ ਹੋਣੀ ਚਾਹੀਦੀ, ਉਹ ਵੀ ਇਹਦੇ 'ਚ ਮਿਲ ਰਹੀ ਆ। ਹਾਂਜੀ, ਉਸ ਤੋਂ ਬਾਅਦ ਇਹ ਤੀਰ ਹੈ, ਇਹਦੇ 'ਚ ਪਹਿਲੇ 'ਤੇ ਆ, ਫਿਰ ਦੂਜੇ 'ਤੇ ਆ, ਫਿਰ ਚੌਥੇ 'ਤੇ ਆ, ਤੀਸਰੇ ਨੰਬਰ 'ਤੇ ਤੀਰ ਆ। ਸਾਰਾ ਕੁਛ, ਸਾਰੀਆਂ ਜਿਹੜੀਆਂ ਸ਼ੇਪ ਨੇ ਉਹਨਾਂ ਦੇ ਅਕੋਰਡਿੰਗ ਜੇ ਆਪਾਂ ਦੇਖੀਏ ਤਾਂ ਇਹ ਫਿਗਰ ਦੇ ਵਿੱਚ ਸਹੀ ਤਰੀਕੇ ਨਾਲ ਚੱਲ ਰਹੀਆਂ ਨੇ ਸ਼ੇਪਸ। ਕਿਉਂਕਿ ਪਹਿਲੀ ਜਿਹੜੀ ਥਾਂ 'ਤੇ ਜਿਹੜੀ ਫਿਗਰ ਨਹੀਂ ਹੋਊਗੀ, ਉਸਨੇ ਅਗਲੇ ਸਥਾਨ 'ਤੇ ਜਾ ਕੇ ਅਗਲੀ ਸ਼ੇਪ ਨੂੰ, ਅਗਲੇ ਥਾਂ ਨੂੰ ਆਪਣੇ ਨੂੰ ਲੈ ਲਿਆਗਾ। ਹਾਂਜੀ ਪੁੱਤਰ, ਅੱਗੇ ਦੇਖੋ ਜੀ, ਆਪਣੇ ਕੋਲੇ ਕੀ ਆ, ਆਪਣੇ ਕੋਲੇ ਇੱਕ ਐਲ ਬਣੀ ਵੀ ਆ। ਠੀਕ ਹੈ, ਇਹ ਦੋ ਇਹਦੀਆਂ ਲਾਈਨਾਂ ਨੇ, ਫਿਰ 1 2 3 4 ਤੇ 1 5 ਬਣ ਗਈਆਂ। ਉਸ ਤੋਂ ਬਾਅਦ ਕਿੰਨੀਆਂ ਨੇ, 2 4 6 7 8 ਤੇ 1 9 ਬਣ ਗਈਆਂ।
देखो पहला 2 ਦੇ ਵਿੱਚ 3 ਜੋੜੀਏ 5 ਬਣ ਗਏ, 5 ਦੇ ਵਿੱਚ 4 ਜੋੜੀਏ 9 ਬਣ ਗਏ, 9 ਦੇ ਵਿੱਚ 4 ਜੋੜੀ ਪਹਿਲਾਂ 3 ਜੋੜੇ ਸੀ ਫਿਰ 4। ਠੀਕ ਹੈ, ਹੁਣ ਆਪਾਂ ਦੇਖੋ ਅੱਗੇ ਕਿੰਨੀਆਂ ਹੋਣੀਆਂ ਚਾਹੀਦੀਆਂ 1 2 3 4 ਤੇ ਆਪਾਂ ਨੂੰ 6 ਮਿਲਣੀਆਂ ਚਾਹੀਦੀਆਂ। ਠੀਕ ਹੈ, ਦੇਖੋ ਇਹਦੇ 'ਚ 1 2 3 4 5 6 7 8 9 10 11 12 ਇਹਦੇ 'ਚ ਦੇਖੋ ਇੱਕ ਹੈ ਨਹੀਂ ਗਾ, ਇਹਦੇ 'ਚ ਇੱਕ ਹੈਗਾ, ਇਹਦੇ 'ਚ ਇੱਕ ਹੈਗਾ ਹੈ। ਇੱਥੇ ਪੁੱਤਰ ਤੁਸੀਂ ਆਪਣੇ ਕੋਲੋਂ ਲਗਾ ਲਓ ਕਿਉਂਕਿ ਇੱਕ ਦਾ ਇੱਕ ਇੱਥੇ ਹੈ ਨਹੀਂ ਗਾ, ਹੋਣਾ ਜ਼ਰੂਰੀ ਆ। ਹਾਂਜੀ ਹੁਣ ਇਹ ਦੇਖੋ ਕਿੰਨੀਆਂ ਬਣ ਗਈਆਂ 2 4 6 8 10 12 ਤੇ 1 13। ਦੇਖੋ ਪਹਿਲਾਂ ਕਿੰਨੀਆਂ ਸੀਗੀਆਂ ਹੈ ਨਾ, 3 ਦਾ ਫਰਕ ਸੀ, ਫਿਰ 5 ਤੇ 4, ਫਿਰ 9 ਦੇ ਵਿੱਚ ਫਿਰ 4 ਹੀ ਜੋੜੀਆਂ ਗਈਆਂ 13 ਬਣ ਗਈਆਂ। ਹਾਂਜੀ ਉਹ ਆਪਣੇ ਕੋਲੇ ਦੂਸਰੀ ਫਿਗਰ ਦੇ ਵਿੱਚ ਪਿਆ ਹੈ, ਉਹਨੂੰ ਤੁਸੀਂ ਟਿਕ ਲਗਾ ਲਓ। ਅੱਗੇ ਆ ਜਾਓ ਜੀ, ਆਪਾਂ ਨੂੰ ਇੱਕ ਕੀ ਦਿੱਤਾ ਗਾ, ਆਪਾਂ ਨੂੰ ਇੱਕ ਸਟਾਰ ਦਿੱਤਾ ਤੇ ਉਹ ਥੋੜੀ ਜਿਹੀ ਉਹਦੀ ਲਾਈਨ ਟੇਢੀ ਕਰਤੀ। ਪਹਿਲਾਂ ਸਟਾਰ ਦਾ ਮੂੰਹ ਇੱਧਰ ਨੂੰ ਸੀ, ਫਿਰ ਇੱਧਰ ਨੂੰ ਹੋ ਗਿਆ। ਹੁਣ ਅੱਗੇ ਕੀ ਸੀ, ਸਟਾਰ ਦਾ ਮੂੰਹ ਇੱਕ ਦਾ ਇੱਧਰ ਨੂੰ ਇੱਕ ਦਾ ਇੱਧਰ ਨੂੰ ਆ। ਹੁਣ ਆਪਾਂ ਇਹਦੀ ਪ੍ਰੋਬਲਮ ਫਿਗਰ 'ਚ ਦੇਖਦੇ ਹਾਂ। ਦੇਖੋ ਇਹਦੇ 'ਚ ਤਾਂ ਆਹ ਫਿਗਰ ਆ ਜਿਹੜੀ ਇਹ ਤਾਂ ਹੋ ਹੀ ਨਹੀਂ ਸਕਦੀ, ਇਹਨੂੰ ਕੱਟ ਹੀ ਲਗਾ ਦਿਓ। ਆਹ ਸਿੱਧੀਆਂ ਵੀ ਨਹੀਂ ਹੋ ਸਕਦੀਆਂ, ਆਹ ਵੀ ਨਹੀਂ ਹੋ ਸਕਦੀਆਂ। ਹੁਣ ਜਿਹੜੀਆਂ ਆਪਣੇ ਕੋਲੇ ਦੇਖੋ ਇਹਦੇ 'ਚ ਤੀਸਰੀ 'ਚ ਇਕੱਠੀਆਂ ਸੀਗੀਆਂ ਨਾ, ਇਹ ਇਕੱਠੀਆਂ ਪਹਿਲੀ ਫਿਗਰ ਦੇ ਵਿੱਚ ਨੇ। ਤੁਸੀਂ ਪਹਿਲੀ ਫਿਗਰ ਨੂੰ ਕੀ ਕਰਨਾ ਹੈ, ਟਿਕ ਲਗਾ ਲੈਣਾ। ਹਾਂਜੀ 20ਵੇਂ ਸਵਾਲ ਦੀ ਤੁਸੀਂ ਪਹਿਲੀ ਫਿਗਰ ਨੂੰ ਟਿਕ ਲਗਾ ਲਓ। ਦੇਖੋ 21ਵੇਂ ਸਵਾਲ ਦੇ ਵਿੱਚ ਕੀ ਸੀ, ਪਹਿਲਾਂ ਕੀ ਸੀਗੀ ਟ੍ਰਾਇੰਗਲ ਸੀ, ਫਿਰ ਟ੍ਰਾਇੰਗਲ ਦੂਜੇ ਥਾਂ 'ਤੇ ਚਲੀ ਗਈ ਅਤੇ ਪਹਿਲੇ ਸਥਾਨ 'ਤੇ ਕੀ ਬਣ ਗਈ 0 ਬਣ ਗਈ ਜਾਂ ਸਰਕਲ ਬਣ ਗਿਆ। ਹੁਣ ਸਰਕਲ ਨੇ ਅਤੇ ਟ੍ਰਾਇੰਗਲ ਨੇ ਆਪਣੀ ਜਗ੍ਹਾ ਚੇਂਜ ਕਰ ਲਈ, ਉਹਦੇ ਨਾਲ ਕੀ ਬਣ ਗਿਆ ਇੱਕ ਸਟਾਰ ਵਾਲੀ ਆਪਣੇ ਕੋਲੇ ਲਾਈਨ ਬਣ ਗਈ। ਹੁਣ ਕੀ ਹੈ, ਇੱਕ ਸ਼ੇਪ ਨਵੀਂ ਹੋਣੀ ਚਾਹੀਦੀ ਆ, ਅਤੇ ਨਵੀਂ ਸ਼ੇਪ ਜਿਹੜੀ ਹੋਊਗੀ ਦੇਖੋ ਨਵੀਂ ਸ਼ੇਪ ਤਾਂ ਇਹਦੇ 'ਚ ਵੀ ਆ ਅਤੇ ਇਹਦੇ 'ਚ ਵੀ ਆ, ਬਟ ਇਹ ਨੀਚੇ ਆ। ਠੀਕ ਹੈ, ਇਹ ਵੀ ਨੀਚੇ ਆ ਅਤੇ ਇਹਦੇ 'ਚ ਸ਼ੇਪਸ ਕੀ ਨੇ ਉੱਪਰ ਦਿਖਾਈਆਂ ਵੀਆਂ ਨੇ, ਉੱਪਰ ਨਹੀਂ ਹੋਣੀਆਂ ਚਾਹੀਦੀਆਂ, ਨੀਚੇ ਹੀ ਹੋਣੀਆਂ ਚਾਹੀਦੀਆਂ। ਨੀਚੇ ਆਪਾਂ ਨੂੰ ਤੀਸਰੇ ਨੰਬਰ ਦੀ ਫਿਗਰ ਦੇ ਵਿੱਚ ਦਿਸ ਰਿਹਾ, ਤੁਸੀਂ ਤੀਸਰੇ ਨੰਬਰ ਦੀ ਫਿਗਰ ਨੂੰ ਟਿਕ ਕਰ ਲਓ। ਹਾਂਜੀ ਅੱਗੇ ਆ ਜਾਓ ਪੁੱਤਰ, ਦੇਖੋ 22ਵਾਂ ਸਵਾਲ ਆ, ਪਹਿਲਾਂ ਪਲੱਸ ਇੱਥੇ ਸੀ ਫਿਰ ਪਲੱਸ ਉੱਥੇ ਹੀ ਰਿਹਾ ਗਾ, ਬਾਕੀ ਸ਼ੇਪਸ ਆਪਸ ਵਿੱਚ ਚੇਂਜ ਹੋ ਰਹੀਆਂ ਨੇ। ਹੁਣ ਪਲੱਸ ਇਹਦਾ ਇੱਥੇ ਆ ਗਿਆ, ਇੱਥੋਂ ਉੱਠ ਕੇ ਨੀਚੇ ਆ ਗਿਆ ਅਤੇ ਹੁਣ ਇੱਥੇ ਹੀ ਪਲੱਸ ਹੋਣਾ ਚਾਹੀਦਾ ਹੈ। ਠੀਕ ਹੈ, ਪਲੱਸ ਇੱਥੇ ਹੈਗਾ ਅਤੇ ਇਹਦੇ 'ਚ ਵੀ ਬਟ ਹੈਗਾ ਹੈ। ਹੁਣ ਕੀ ਆ, ਹੁਣ ਆਪਾਂ ਇਹਨਾਂ ਨੂੰ ਦੇਖੋ ਚੇਂਜ ਹੋ ਰਹੀਆਂ ਆਪਸ ਵਿੱਚ ਦੋਨੋਂ ਫਿਗਰ, ਸਕੁਏਅਰ ਅਤੇ ਟ੍ਰਾਇੰਗਲ। ਠੀਕ ਹੈ, ਇੱਥੇ ਦੋਨੋਂ ਆਪਸ ਵਿੱਚ ਯਾਨੀ ਕਿ ਜਿਹੜਾ ਸੀਗਾ ਸਕੁਏਅਰ ਸੀਗਾ ਪਹਿਲਾਂ ਕੀ ਹੋ ਗਿਆ ਟ੍ਰਾਇੰਗਲ ਇਹ 'ਚ ਉੱਪਰ ਚਲੀ ਗਈ ਅਤੇ ਸਕੁਏਅਰ ਇੱਥੇ ਆ ਗਿਆ, ਇੱਥੋਂ ਚੱਲ ਕੇ ਉੱਪਰ ਚਲਿਆ ਗਿਆ। ਹੁਣ ਇਹਦੇ 'ਚ ਫਿਰ ਦੋਨੋਂ ਫਿਗਰ ਚੇਂਜ ਹੋ ਰਹੀਆਂ ਅਤੇ ਇਹਦੇ 'ਚ ਵੀ ਦੋਨੋਂ ਫਿਗਰ ਚੇਂਜ ਹੋ ਰਹੀਆਂ। ਇਸ ਲਈ ਆਪਾਂ ਨੂੰ 22ਵੇਂ ਸਵਾਲ ਦੀ ਪਹਿਲੀ ਆਪਸ਼ਨ ਆ ਜਿਹੜੀ ਰਾਈਟ ਆਪਸ਼ਨ ਹੈਗੀ ਆ, ਤੁਸੀਂ ਉਹਨੂੰ ਟਿਕ ਲਗਾ ਲਓ। ਹਾਂਜੀ ਅੱਗੇ ਆ ਜਾਓ ਪੁੱਤਰ, 23ਵਾਂ ਸਵਾਲ ਦੇਖੋ ਪਹਿਲਾਂ ਪਲੱਸ ਦੀ ਨਿਸ਼ਾਨੀ ਆ, ਫਿਰ ਗੁਣਾ ਦੀ, ਫਿਰ ਪਲੱਸ ਦੀ। ਹੁਣ ਇੱਥੇ ਕੀ ਹੋਣਾ ਚਾਹੀਦਾ, ਇੱਥੇ ਗੁਣਾ ਹੋਣੀ ਚਾਹੀਦੀ ਆ। ਠੀਕ ਹੈ, ਗੁਣਾ ਦੀ ਨਿਸ਼ਾਨੀ ਪਹਿਲਾਂ ਗੁਣਾ ਦੀ ਨਿਸ਼ਾਨੀ ਬਣਾ ਲਓ। ਦੇਖੋ ਇੱਥੇ 3 ਸੀਗੀਆਂ ਸਰਕਲ, 3 ਸਰਕਲ ਸੀ, ਫਿਰ 2 ਸ਼ੇਪ ਰਹਿ ਗਈਆਂ ਟ੍ਰਾਇੰਗਲ ਰਹਿ ਗਈਆਂ, ਫਿਰ ਇੱਕ ਸਕੁਏਅਰ ਰਹਿ ਗਿਆ। ਹੁਣ ਕੋਈ ਵੀ ਫਿਗਰ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਉੱਪਰ, ਕਿਉਂਕਿ ਪਹਿਲਾਂ ਸੀਗੀਆਂ 3 ਫਿਰ 2 ਫਿਰ 1, ਹੁਣ ਇਕੱਲਾ ਕ੍ਰੋਸ ਹੀ ਹੋਣਾ ਚਾਹੀਦਾ, ਪਲੱਸ ਕ੍ਰੋਸ ਪਲੱਸ ਅਤੇ ਇੱਥੇ ਕ੍ਰੋਸ। ਸੋ ਆਪਣੇ ਕੋਲ ਉਹ ਫਿਗਰ ਕਿਹੜੀ ਆ, ਆਪਣੇ ਕੋਲ ਉਹ ਦੂਸਰੇ ਨੰਬਰ ਦੀ ਫਿਗਰ ਪਈ ਆ, ਤੁਸੀਂ ਉਹਨੂੰ ਟਿਕ ਲਗਾ ਲਓ। ਹਾਂਜੀ ਪਿਆਰੇ ਪਿਆਰੇ ਬੱਚਿਓ, ਹੁਣ ਆਪਣਾ 23 ਸਵਾਲਾਂ ਦਾ ਚੌਥਾ ਸੈੱਟ ਪੂਰਾ ਹੋ ਗਿਆ ਬੇਟੇ। ਤੁਸੀਂ ਇਹਦੀ ਪ੍ਰੈਕਟਿਸ ਕਰਨੀ ਆ ਅਤੇ ਅੱਗੇ ਜਿਹੜਾ 5ਵਾਂ ਸੈੱਟ ਆ ਉਹਨੂੰ ਤੁਸੀਂ ਖੁਦ ਕਰਨ ਦੀ ਕੋਸ਼ਿਸ਼ ਕਰਨੀ ਆ। ਠੀਕ ਹੈ, ਆਪਾਂ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ। ਪਿਆਰੇ ਪਿਆਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ।